ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮਹਿਲਾ ਕੇਂਦਰੀ ਮੰਤਰੀ ਨੇ ਮਨਪ੍ਰੀਤ ਬਾਦਲ ਨੂੰ ਭਾਜਪਾ 'ਚ ਦਵਾਈ ਐਂਟਰੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅੱਜ ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਤੇ ਜੇ ਗੱਲ ਕਰੀਏ, ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਕਾਂਗਰਸ ਦੇ ਕਈ ਮੰਤਰੀ ਕਈ ਸੀਨੀਅਰ ਆਗੂ ਭਾਜਪਾ 'ਚ ਸ਼ਾਮਲ ਹੋਏ ਨੇ। ਪਰ ਮਨਪ੍ਰੀਤ ਬਾਦਲ ਦੇ ਭਾਜਪਾ 'ਚ ਜਾਣ ਨਾਲ ਸਿਆਸੀ ਹਲਕਿਆਂ 'ਚ ਇੱਕ ਵਾਰ ਮੁੜ ਤੋਂ ਜਿਹੜੀ ਇਹ ਚਰਚਾ ਸ਼ੁਰੂ ਹੋ ਗਈ ਹੈ। ਅਸੀਂ ਜਾਣਨਾ ਚਾਹਾਂਗੇ ਮਨਪ੍ਰੀਤ ਬਾਦਲ ਦੇ ਭਾਜਪਾ 'ਚ ਜਾਣ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ, ਜਾਂ ਉਹ ਕਿਹੜੀ ਮਹਿਲਾ ਕੇਂਦਰੀ ਮੰਤਰੀ ਦਾ ਨਾਮ ਸਾਹਮਣੇ ਆ ਰਿਹਾ ਜਿਸ ਨੇ ਭਾਜਪਾ 'ਚ ਇਹਨਾਂ ਨੂੰ ਐਂਟਰੀ ਦਵਾਈ ਹੈ? ਵੈਸੇ ਤਾਂ ਇਸ ਫੈਸਲੇ ਤੇ ਸਮੁੱਚੇ ਪੰਜਾਬ ਦੀ ਨਜ਼ਰ ਲੱਗੀ ਹੋਈ ਸੀਗੀ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੇ ਚਰਚੇ ਚੱਲ ਰਹੇ ਸੀ ਕਿ ਮਨਪ੍ਰੀਤ ਬਾਦਲ ਜਲਦ ਹੈ ਜਿਹੜੇ ਉਹ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਨੇ। ਸੋ ਜਿਹੜੇ ਉਹ ਅੰਦਾਜ਼ੇ ਸੀ ਆਖਰ ਉਹ ਸੱਚ ਹੋਏ ਜੀ। ਕਿਉਂਕਿ ਆਤਿਸ਼ ਹੁਣ ਸਿਆਸਤ ਜਿਸ ਕਿਸਮ ਦੀ ਬਣੀ ਹੈ ਭਾਰਤ ਦੀ, ਉਹਦੇ ਵਿੱਚ ਜਦੋਂ ਵੀ ਕੋਈ ਡਿਫੈਕਸ਼ਨ ਹੁੰਦੀ ਹੈ ਤਾਂ ਆਮ ਲੋਕਾਂ ਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀ। ਜੀ ਬਿਲਕੁਲ। ਕਿਉਂਕਿ ਉਹ ਦਿਨ ਤਾਂ ਰਹੇ ਨਹੀਂ ਕਿ ਜਦੋਂ ਅਸੂਲਾਂ ਵਾਲੇ ਲੋਕ ਸੀ ਔਰ ਵਿਚਾਰਧਾਰਾ ਤੇ ਨਾਲ ਬੱਝੀਆਂ ਹੋਈਆਂ ਸਿਆਸੀ ਪਾਰਟੀਆਂ ਸੀ। ਕਿਉਂਕਿ ਹੁਣ ਤਾਂ ਸਿਰਫ ਇੱਕ ਭੁੱਖ ਰਹਿ ਗਈ ਕਿ ਸੱਤਾ ਕਿਵੇਂ ਹਾਸਲ ਹੋ ਸਕਦੀ ਹੈ। ਜੀ। ਜਿਸ ਤਰ੍ਹਾਂ ਕੋਈ ਬੈਗਰ ਇੱਕ ਘਰ 'ਚ ਜਾਂਦਾ ਹੈਗਾ, ਜੇ ਉਹਨੂੰ ਖੈਰ ਮਿਲ ਜੇ ਤਾਂ ਉਹਦੀ ਵਾਹ-ਵਾਹ ਕਰਨ ਲੱਗ ਜਾਂਦਾ ਹੈ, ਤੇ ਜਿੱਥੋਂ ਖੈਰ ਨਹੀਂ ਪੈਂਦੀ ਤੇ ਉਸ ਨੂੰ ਨਿੰਦਣਾ ਜਾਂ ਭੰਡਣਾ ਸ਼ੁਰੂ ਕਰ ਦਿੰਦਾ ਹੈਗਾ। ਜੀ। ਜਿੱਥੋਂ ਤੱਕ ਮਨਪ੍ਰੀਤ ਬਾਦਲ ਦਾ ਸਵਾਲ ਹੈਗਾ, ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਹੋਰ ਨੇਤਾ ਵੀ ਗਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ ਹੈ ਭਾਜਪਾ 'ਚ, ਸੁਨੀਲ ਜਾਖੜ ਨੇ ਕੀਤੀ ਹੈ। ਕਾਂਗਰਸ ਦੇ 4 ਦੇ ਕਰੀਬ ਜਿਹੜੇ ਸਾਬਕਾ ਮੰਤਰੀ ਹੈ ਉਹ ਵੀ ਭਾਜਪਾ 'ਚ ਸ਼ਾਮਲ ਹੋ ਚੁੱਕੇ ਨੇ। ਜੀ। ਤਾਂ ਹੁਣ ਇਹ ਮਨਪ੍ਰੀਤ ਬਾਦਲ ਹੈ ਜਿਹੜੇ ਉਹਨਾਂ ਨੇ ਅੱਜ ਦਿੱਲੀ ਦੇ ਵਿੱਚ ਭਾਜਪਾ ਦਾ ਇੱਕ ਤਰੀਕੇ ਨਾਲ ਪੱਲਾ ਫੜਿਆ ਹੈਗਾ। ਜੀ। ਮਨਪ੍ਰੀਤ ਬਾਦਲ ਮਈ 1995 ਤੋਂ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਨੇ। ਜੀ। ਬੇਅੰਤ ਸਿੰਘ ਦੀ ਸਰਕਾਰ ਸੀ ਔਰ ਗਿੱਦੜਬਾਹਾ ਦੀ ਜਿਮਨੀ ਚੋਣ ਸੀ। ਮਨਪ੍ਰੀਤ ਬਾਦਲ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟਕਸਾਲੀ ਤਾਂ ਨਹੀਂ ਸੀ। ਇਹਨਾਂ ਦੇ ਪਿਤਾ ਜੀ MP ਰਹੇ ਨੇ, ਇਹਨਾਂ ਦੀ ਤਾਇਆ ਜੀ ਉਸ ਟਾਈਮ ਪ੍ਰਧਾਨ ਸੀ ਔਰ ਉਹ ਵੀ ਮੁੱਖ ਮੰਤਰੀ ਰਹੇ ਸੀ 2 ਵਾਰ ਦੇ ਪਹਿਲਾਂ। ਜੀ। 95 ਦੇ ਵਿੱਚ ਤਾਂ ਉਦੋਂ ਇਹਨਾਂ ਨੂੰ ਆਪਾਂ ਜਿਵੇਂ ਕਹਿ ਦਿੰਦੇ ਹਾਂ ਕਿ ਪੈਰਾਸ਼ੂਟ ਕੈਂਡੀਡੇਟ ਸੀ ਗਿੱਦੜਬਾਹਾ ਦੀ ਜਿਮਨੀ ਚੋਣ ਦੇ ਵਿੱਚ। ਕਿਉਂਕਿ ਪਾਰਟੀ ਦੇ ਵਿੱਚ ਹੋਰ ਬੜੇ ਸੀਨੀਅਰ ਨੇਤਾ ਹੋਣਗੇ, ਜੀ। ਪਾਰਟੀ ਦੇ ਵਿੱਚ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੰਟਰੀਬਿਊਸ਼ਨ ਨਹੀਂ ਸੀ ਉਸ ਤੋਂ ਪਹਿਲਾਂ। ਚਲੋ ਇਹ ਜਿਮਨੀ ਚੋਣ ਜਿੱਤਦੇ ਨੇ, ਬੜੀ ਕਰੂਸ਼ਲ ਚੋਣ ਸੀ ਉਹਨਾਂ ਦਿਨਾਂ ਦੇ ਵਿੱਚ। ਫਿਰ ਇਹ ਲਗਾਤਾਰ ਜਿੱਤਾਂ ਹਾਸਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਔਰ ਵਿਧਾਇਕ ਬਣਦੇ ਨੇ। ਜੀ। 2007 'ਚ ਆ ਕੇ ਜਦੋਂ ਇਹ ਵਿਧਾਇਕ ਬਣਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਪੰਜਾਬ ਦੇ ਵਿੱਤ ਮੰਤਰੀ ਵਜੋਂ ਸਹੁੰ ਚੁੱਕਣ ਦਾ। ਜੀ। ਤਾਂ 2007-08 ਦੇ ਵਿੱਚ ਇਹ ਆਪਣਾ ਪਹਿਲਾ ਬਜਟ ਹੈ ਜਿਹੜਾ ਉਹ ਪੰਜਾਬ ਦਾ ਪੇਸ਼ ਕਰਦੇ ਨੇ। 2007 'ਚ ਇਹਨਾਂ ਦਾ ਬਖੇੜਾ ਖੜਾ ਹੁੰਦਾ ਹੈ, ਅੰਦਰੂਨੀ ਡਿਫਰੈਂਸਿਸ ਖੜੇ ਹੁੰਦੇ ਨੇ। ਖਾਸ ਕਰਕੇ ਇਹਨਾਂ ਦੀ ਜਿਹੜੀ ਟੋਨ ਹੈ ਉਹ ਸੁਖਬੀਰ ਸਿੰਘ ਬਾਦਲ ਨਾਲ ਉਸ ਸੁਰ ਦੇ ਵਿੱਚ ਨਹੀਂ ਮਿਲਦੀ ਹੈਗੀ। ਜੀ। ਤਾਂ ਇਹ ਸਬਸਿਡੀਆਂ ਦੀ ਗੱਲ ਚੱਲਦੀ ਸੀ ਉਹਨਾਂ ਦਿਨਾਂ 'ਚ। ਇਹ ਸਬਸਿਡੀਆਂ ਨੂੰ ਖਤਮ ਕਰਨ ਦੀਆਂ ਗੱਲਾਂ ਜਿਹੜੀਆਂ ਕੁਝ ਜਾਂ ਰੈਸ਼ਨਲਾਈਜੇਸ਼ਨ ਕਰਨ ਦੀ ਗੱਲ ਕਰਦੇ ਸੀ। ਤਾਂ ਇਸ ਬਹਾਨੇ ਇਹ ਸ਼੍ਰੋਮਣੀ ਅਕਾਲੀ ਦਲ 'ਚੋਂ ਬਾਹਰ ਆ ਜਾਂਦੇ ਜਾਂ ਸ਼੍ਰੋਮਣੀ ਅਕਾਲੀ ਦਲ 'ਚੋਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਜੀ। 2011 'ਚ ਜਾ ਕੇ ਇਹ PPP ਪਾਰਟੀ ਬਣਨ, ਪੀਪਲਸ ਪਾਰਟੀ ਆਫ ਪੰਜਾਬ ਬਣਾਉਂਦੇ ਨੇ ਔਰ ਖਟਕਲ ਕਲਾਂ ਦੀ ਧਰਤੀ ਤੋਂ ਇਹ ਉਸ ਸ਼ਹੀਦੇ ਆਜ਼ਮ ਦੀ ਧਰਤ ਦੀ ਜਿਹੜੀ ਮਿੱਟੀ ਹੈ ਉਹਨੂੰ ਆਪਣੇ ਮੱਥੇ ਨਾਲ ਲਾਉਂਦੇ ਨੇ ਔਰ ਉਸ ਮਿੱਟੀ ਦੀ ਸਹੁੰ ਚੁੱਕਦੇ ਨੇ। ਤਾਂ ਉਸ ਟਾਈਮ ਇਹਨਾਂ ਨੂੰ ਬਹੁਤ ਵੱਡਾ ਹੁਲਾਰਾ ਜਿਹੜਾ ਜਾਂ ਹੁੰਗਾਰਾ ਕਹਿ ਲਈਏ ਪੰਜਾਬ ਦੇ ਲੋਕ ਦਿੰਦੇ ਨੇ। ਜੀ। ਪਰ ਉਸ ਟਾਈਮ ਇਹਨਾਂ ਨੇ ਚੋਣ ਵੀ ਲੜੀ, ਗਿੱਦੜਬਾਹਾ ਹਲਕੇ ਤੋਂ ਲੜੀ, ਮੌੜ ਹਲਕੇ ਤੋਂ ਲੜੀ ਔਰ ਦੋਨਾਂ ਥਾਵਾਂ ਤੋਂ ਚੋਣਾਂ ਜਿਹੜੀਆਂ ਉਹ ਹਾਰ ਜਾਂਦੇ ਨੇ। ਜੀ। ਔਰ ਉਸ ਤੋਂ ਬਾਅਦ ਆਤਿਸ਼ 2016 ਦੇ ਵਿੱਚ ਜਾ ਕੇ ਜਨਵਰੀ 'ਚ ਜਾ ਕੇ ਇਹ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲੈਂਦੇ ਨੇ ਤੇ ਆਪਣੀ ਜਿਹੜੀ ਪੀਪਲਸ ਪਾਰਟੀ ਆਫ ਪੰਜਾਬ ਹੈ ਉਹਨੂੰ ਮਰਜ ਕਰ ਲੈਂਦੇ ਆ ਕਾਂਗਰਸ ਦੇ ਵਿੱਚ। ਜੀ। ਰਾਹੁਲ ਗਾਂਧੀ ਨਾਲ ਇਹਨਾਂ ਦੀ ਬੜੀ ਨੇੜਤਾ ਰਹੀ ਹੈ ਔਰ ਬਠਿੰਡੇ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਆਉਂਦੇ ਰਹੇ ਨੇ ਉਹ। ਜੀ। ਤੇ 2017 ਦੇ ਵਿੱਚ ਫਿਰ ਇਹ ਬਠਿੰਡਾ ਤੋਂ ਜਿੱਤ ਹਾਸਲ ਕਰਕੇ ਅਸੈਂਬਲੀ ਹਲਕੇ ਤੋਂ ਪੰਜਾਬ ਦੇ ਵਿੱਤ ਮੰਤਰੀ ਬਣਦੇ ਨੇ। ਜੀ। ਇਹ ਇਹਨਾਂ ਦਾ ਇੱਕ ਪੋਲੀਟੀਕਲ
ਸਫਰ ਰਹਿੰਦਾ ਹੈਗਾ। ਪਹਿਲਾਂ ਇਹ ਸ਼੍ਰੋਮਣੀ ਅਕਾਲੀ ਦਲ 'ਚ ਸੀ, ਉਹ ਤੋਂ ਬਾਹਰ ਜਾਂਦੇ ਨੇ ਤਾਂ ਨਵੀਂ ਪਾਰਟੀ ਬਣਾਉਂਦੇ ਨੇ, ਨਵੀਂ ਪਾਰਟੀ 'ਚ ਸਫਲਤਾ ਨਹੀਂ ਮਿਲਦੀ ਤਾਂ ਕਾਂਗਰਸ 'ਚ ਪੈਰ ਧਰਦੇ ਨੇ, ਕਾਂਗਰਸ 'ਚ ਵਿੱਤ ਮੰਤਰੀ ਰਹਿਣ ਮਗਰੋਂ ਫਿਰ ਭਾਜਪਾ ਚਲੇ ਜਾਂਦੇ। ਕਈ ਪਾਰਟੀਆਂ ਇਹਨਾਂ ਨੇ ਪਿਛਲੇ ਟਾਈਮ ਦੇ ਵਿੱਚ ਬਦਲੀਆਂ ਨੇ। ਇਹ ਵੀ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਇਹ ਵੱਖਰਾ ਹੋਣ ਦਾ ਦਿਖਾਵਾ ਕਰਦੇ ਨੇ ਕਿ ਮੇਰੀ ਸੋਚ, ਮੇਰੀ ਅਪਰੋਚ ਪੰਜਾਬ ਪ੍ਰਤੀ ਵੱਖਰੀ ਹੈ, ਪੋਲਿਟਿਕਸ 'ਚ ਇੱਕ ਮੈਂ ਨਵੀਂ ਚੀਜ਼ ਪੇਸ਼ ਕਰਦਾ ਹੈਗਾ। ਤਾਂ ਜਿਸ ਤਰ੍ਹਾਂ ਬਾਕੀ ਲੀਡਰ ਪਾਰਟੀਆਂ 'ਚ ਇੱਕ ਪਾਰਟੀ ਨੂੰ ਛੱਡ ਕੇ ਦੂਜੀ 'ਚ ਟਪੂਸੀ ਮਾਰ ਕੇ ਸ਼ਾਮਲ ਹੋ ਜਾਂਦੇ ਨੇ, ਉਸੇ ਤਰ੍ਹਾਂ ਹੀ ਤਾਂ ਮਨਪ੍ਰੀਤ ਬਾਦਲ ਨੇ ਕੀਤਾ ਹੈਗਾ। ਤਾਂ ਜਦੋਂ ਮਨਪ੍ਰੀਤ ਬਾਦਲ ਸ਼ਾਮਲ ਹੁੰਦੇ ਨੇ ਭਾਜਪਾ ਦੇ ਵਿੱਚ ਅੱਜ, ਤਾਂ ਲੋਕਾਂ ਨੂੰ ਮਨਪ੍ਰੀਤ ਬਾਦਲ ਤੇ ਬਹੁਤੀ ਹੈਰਾਨੀ ਨਹੀਂ ਹੁੰਦੀ। ਜਿਹੜੀ ਅਸੀਂ ਪਿਛਲੇ 2-4 ਘੰਟੇ ਦੀ ਚਰਚਾ ਦੇਖ ਰਹੇ ਹੈਗੇ ਆ, ਉਹਦੇ ਵਿੱਚ ਸਭ ਤੋਂ ਵੱਡੀ ਹੈਰਾਨੀ ਜਿਹੜੀ ਹੁੰਦੀ ਉਹ ਭਾਜਪਾ ਤੇ ਹੁੰਦੀ ਹੈ। ਤਾਂ ਭਾਜਪਾ ਦੇ ਅੰਦਰ ਵੀ ਇੱਕ ਤਰ੍ਹਾਂ ਦੀ ਹਿਲਜੁਲ ਇਹਦੇ ਨਾਲ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ। ਤੇ ਉੱਥੇ ਜਾ ਕੇ ਇਹ ਆਤਿਸ਼ ਇਹ ਵੀ ਗੱਲ ਕਰਦੇ ਨੇ, ਅੱਜ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਤਾਂ ਇਹ ਢਾਰਸ ਲੈਂਦੇ ਨੇ ਕਿ ਮੈਂ ਪੰਜਾਬ ਦਾ ਵਕਾਰ ਬਹਾਲ ਕਰਨ ਦੇ ਲਈ, ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੇ ਲਈ ਇਹ ਪਾਰਟੀ ਮੈਨੂੰ ਅੱਛੀ ਲੱਗੀ ਹੈ, ਇਹਦੀ ਵਿਚਾਰਧਾਰਾ ਅੱਛੀ ਲੱਗੀ ਹੈ। ਹੁਣ ਦੇਖੋ, ਜਿਹੜੇ 4 ਦਿਨ ਪਹਿਲਾਂ ਜਦੋਂ ਅਸੀਂ ਦੇਖਦੇ ਸੀ ਕਿ ਮਨਪ੍ਰੀਤ ਬਾਦਲ ਵਿੱਤ ਮੰਤਰੀ ਸੀ, ਸੈਂਟਰ ਦੇ ਵਿੱਚ RDF ਦਾ ਪੈਸਾ ਰਿਲੀਜ਼ ਕਰਾਉਣ ਜਾਂਦੇ ਸੀ, ਤੇ ਜਦੋਂ ਸੈਂਟਰ ਤੋਂ ਕੁਝ ਨਹੀਂ ਮਿਲਦਾ ਸੀ ਤੇ ਪੰਜਾਬ ਦੇ ਵਿੱਚ ਆ ਕੇ ਕਿੰਨੀਆਂ ਹੀ ਇਸ ਕਿਸਮ ਦੀਆਂ ਸਟੇਟਮੈਂਟ ਹੈ ਕਿ ਭਾਰਤ ਦੀ ਜਿਹੜੀ ਸਾਡੀ ਕੇਂਦਰੀ ਹਕੂਮਤ ਹੈ ਉਹ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਬਿਲਕੁਲ। ਤੇ ਉਹੀ ਹੁਣ ਅਡਾਲੋ ਜੀ ਸਾਨੂੰ ਉਹਦੀ ਰਾਤੋਂ ਰਾਤ ਚੰਗੀ ਲੱਗਣੀ ਸ਼ੁਰੂ ਹੋ ਗਈ। ਸਾਨੂੰ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੜੇ ਕਾਬਲ ਨੇ, ਠੀਕ ਹੈ, ਕਾਬਲ ਹੋਣਗੇ ਜੀ, ਪਰ ਤੁਹਾਡੀ ਸੁਰ ਹੈ ਜਿਹੜੀ ਰਾਤੋਂ ਰਾਤ ਕਿਵੇਂ ਬਦਲ ਜਾਂਦੀ ਹੈਗੀ ਹੈ। ਮੈਨੂੰ ਜਿੱਥੋਂ ਤੱਕ ਆਤਿਸ਼ ਪਤਾ ਲੱਗਿਆ ਹੈਗਾ ਅੰਦਰਲੇ ਸਰੋਤਾਂ ਤੋਂ ਕਿ ਜਦੋਂ ਇਹ ਮਿਲਦੇ ਨੇ ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ 'ਚ ਜਾ ਕੇ, ਪਤਾ ਨਹੀਂ ਕੀ ਗੱਲਬਾਤ ਹੁੰਦੀ ਹੈ, ਪਰ ਉਸ ਤੋਂ ਪਹਿਲਾਂ ਇਹਨਾਂ ਦੀ ਥੋੜੀ ਜਿਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ। ਰਾਜਾ ਵੜਿੰਗ ਇਹਨਾਂ ਨਾਲ ਪੋਲੀਟੀਕਲੀ ਇਹਨਾਂ ਦਾ 36 ਦਾ ਅੰਕੜਾ ਰਿਹਾ ਹੈ। ਤਾਂ ਇਹਨਾਂ ਨੂੰ ਲੱਗਿਆ ਕਿ ਹੁਣ ਦਾਲ ਹੈ ਜਿਹੜੀ ਉਹ ਗਲਣੀ ਨਹੀਂ। ਉਹਨਾਂ ਦੇ ਸਮਾਗਮਾਂ ਦੇ ਵਿੱਚ ਵੀ ਬਠਿੰਡਾ ਦੇ ਵਿੱਚ ਸ਼ਮੂਲੀਅਤ ਨਹੀਂ ਕਰਦੇ, ਜਾਂ ਇਹਨਾਂ ਦੇ ਰਿਸ਼ਤੇਦਾਰ ਵੱਲੋਂ ਟਿੱਪਣੀਆਂ ਜਿਹੜੀਆਂ ਰਾਜਾ ਵੜਿੰਗ ਤੇ ਕੀਤੀਆਂ ਜਾਂਦੀਆਂ, ਰਾਜਾ ਵੜਿੰਗ ਵੀ ਇਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਨੇ। ਉਸ ਤੋਂ ਬਾਅਦ ਪਟਿਆਲਾ ਜੇਲ੍ਹ ਜਾਂਦੇ ਨੇ। ਭਾਰਤ ਜੋੜੋ ਯਾਤਰਾ ਪੰਜਾਬ ਚ ਆਉਂਦੀ ਹੈਗੀ ਆ। ਜਦੋਂ ਇਹ ਰਾਹੁਲ ਗਾਂਧੀ ਪਹਿਲਾਂ ਪੰਜਾਬ ਆਉਂਦੇ ਸੀ ਤੇ ਸਭ ਤੋਂ ਨੇੜੇ ਹੁੰਦੇ ਸੀ ਇਹ, ਪਰ ਇਸ ਤੋਂ ਸਭ ਤੋਂ ਦੂਰ ਰਹੇ, ਯਾਤਰਾ ਤੋਂ ਵੀ ਦੂਰ ਰਹੇ, ਰਾਹੁਲ ਗਾਂਧੀ ਤੋਂ ਦੂਰ ਰਹੇ। ਉਦੋਂ ਹੀ ਇਹ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸੀ। ਸਾਨੂੰ ਜਿਹੜੇ ਆਪਣੇ ਸੋਰਸਸ ਦੇ ਰਾਹੀਂ ਪਤਾ ਲੱਗਿਆ ਕਿ ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾਂ ਆਪਣਾ ਜਿਹੜਾ ਤਾਲਮੇਲ ਹੈ ਉਹ ਨਿਰਮਲਾ ਸੀਤਾਰਮਨ ਜਿਹੜੀ ਸਾਡੀ ਕੇਂਦਰੀ ਫਾਈਨਾਂਸ ਮਿਨਿਸਟਰ ਹੈ ਉਹਨਾਂ ਦੇ ਨਾਲ ਬਿਠਾ ਲਿਆ ਸੀ। ਕਿਉਂਕਿ ਜਿੰਨੀਆਂ ਬਤੌਰ ਵਿੱਤ ਮੰਤਰੀ ਜਦੋਂ ਸੈਂਟਰ ਦੇ ਵਿੱਚ ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ ਸੀ ਜਾਂ GST ਕੌਂਸਲ ਦੀਆਂ ਮੀਟਿੰਗਾਂ ਹੁੰਦੀਆਂ ਸੀ, ਤਾਂ ਇਹਨਾਂ ਦਾ ਇੱਕ ਰਾਬਤਾ ਹੈ ਜਿਹੜਾ ਉਹ ਪਹਿਲਾਂ ਤੋਂ ਹੀ ਬਿਲਕੁਲ ਇੱਕ ਸਬੰਧ ਹੈ ਜਿਹੜੀ ਉਹ ਬਣੇ ਹੋਏ ਸੀ ਆਤਿਸ਼। ਹੁਣ ਕੀ ਹੈ ਕਿ ਉਹ ਰਾਬਤਾ ਇਹਨਾਂ ਨੇ ਵਧਾ ਲਿਆ ਸੀ। ਉਹਨਾਂ ਦੇ ਰਾਹੀਂ ਇਹਨਾਂ ਨੇ ਐਂਟਰੀ ਲਈ। ਨਿਰਮਲਾ ਸੀਤਾਰਮਨ ਨੇ, ਕੇਂਦਰੀ ਵਿੱਤ ਮੰਤਰੀ ਨੇ, ਉਹਨਾਂ ਨੇ ਇਹਨਾਂ ਦੀ ਬਾਂਹ ਫੜੀ ਔਰ ਇਹਨਾਂ ਨੂੰ ਵੱਡੇ ਲੀਡਰਾਂ ਨਾਲ ਇੰਟਰੋਡਿਊਸ ਜਾਣਦੇ ਤਾਂ ਹੈਗੇ ਸੀ ਸਾਰੇ, ਵੱਡਾ ਇੱਕ ਚਿਹਰਾ ਤਾਂ ਹੈਗੇ ਸੀ ਪੋਲੀਟੀਕਲੀ, ਤੇ ਇਹਨਾਂ ਨੂੰ ਐਂਟਰੀ ਦਿਵਾਉਣ ਦੇ ਵਿੱਚ ਨਿਰਮਲਾ ਸੀਤਾਰਮਨ ਦਾ ਮੇਨ ਹੱਥ ਰਿਹਾ ਹੈ। ਉਸ ਤੋਂ ਬਾਅਦ ਖੁਦ ਅੱਜ ਜਿਸ ਤਰ੍ਹਾਂ ਕਬੂਲ ਕੀਤਾ ਹੈ ਕਿ ਇਹਨਾਂ ਦੀ ਇੱਕ ਮੀਟਿੰਗ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਹੁੰਦੀ ਹੈ, ਔਰ ਉਹਨਾਂ ਨੂੰ ਅੱਜ ਇਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਆਪਣਾ ਕਿ ਦੇਸ਼ ਦੇ ਇੱਕ ਸ਼ੇਰ ਵਜੋਂ ਨੂੰ ਮੁਖਾਤਬ ਹੋਏ ਨੇ। ਤੇ ਪ੍ਰਧਾਨ ਮੰਤਰੀ ਦੀ ਵੀ ਤਾਰੀਫ ਕੀਤੀ ਹੈਗੀ ਹੈ। ਤੇ ਅੱਜ ਪੀਯੂਸ਼ ਗੋਇਲ ਨੇ ਜਿਹੜਾ ਇਹਨਾਂ ਨੂੰ ਸ਼ਮੂਲੀਅਤ ਦਵਾਈ ਹੈਗੀ ਹੈ, ਉਹੀ ਪੀਯੂਸ਼ ਗੋਇਲ ਨੇ ਜਿਨ੍ਹਾਂ ਨੇ ਪੰਜਾਬ ਦਾ RDF ਹੈ ਜਿਹੜਾ ਰੋਕ ਕੇ ਰੱਖਿਆ ਹੋਇਆ ਸੀ, ਤੇ ਉਹ ਉਹਨਾਂ ਦੀ ਤਾਰੀਫ ਕਰ ਰਹੇ ਸੀ, ਉਹਨਾਂ ਦੀ ਤਾਰੀਫ ਕਰ ਰਹੇ ਸੀ। ਪੀਯੂਸ਼ ਗੋਇਲ ਆਖ ਰਹੇ ਸੀ ਕਿ ਮਨਪ੍ਰੀਤ ਸਿੰਘ ਬਾਦਲ ਹੈ ਜਿਹੜੇ 9 ਵਾਰ ਪੰਜਾਬ ਦੇ ਵਿੱਤ ਮੰਤਰੀ ਹੈ, ਕਿ ਨਾਰਦਰਨ ਇੰਡੀਆ ਦੇ ਵਿੱਚੋਂ ਇਹ ਪਹਿਲੇ ਇਹੋ ਜਿਹੇ ਵਿੱਤ ਮੰਤਰੀ ਨੇ ਕਿ ਜਿਨ੍ਹਾਂ ਨੇ ਪੰਜਾਬ ਦਾ ਬਜਟ 9 ਵਾਰ ਕਿਸੇ ਸੂਬੇ ਦਾ ਬਜਟ ਪੇਸ਼ ਕੀਤਾ ਹੈਗਾ। ਬਿਲਕੁਲ ਠੀਕ ਹੈ ਜੀ। ਅਸੀਂ ਜਦੋਂ ਪੁਰਾਣਾ ਇਹਨਾਂ ਦਾ ਰਿਕਾਰਡ ਫਰੋਲਦੇ ਹੈਗੇ ਆ ਕਿ ਜਦੋਂ ਪਹਿਲਾ ਬਜਟ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰਦੇ ਨੇ 2007-08 ਦੇ ਵਿੱਚ, ਉਦੋਂ ਪੰਜਾਬ ਦੇ ਸਿਰ ਤੇ 54,000 ਕਰੋੜ ਦਾ ਕਰਜ਼ ਸੀ। ਜਦੋਂ ਇਹ ਆਪਣਾ ਆਖਰੀ 9ਵਾਂ ਬਜਟ ਪੇਸ਼ ਕਰਦੇ ਨੇ 21-22 ਦਾ, ਤਾਂ ਉਦੋਂ ਪੰਜਾਬ ਦੇ ਸਿਰ ਤੇ 2.25 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਤਾਂ ਸਾਨੂੰ ਘੱਟੋ ਘੱਟ ਝਲਕ ਮਿਲਣੀ ਚਾਹੀਦੀ ਸੀ ਵਿੱਤ ਮੰਤਰੀ ਦੀ। ਅਗਰ ਇੰਨੇ ਕਾਬਲ ਨੇ, ਬਾਕੀ ਨੇਤਾਵਾਂ ਨਾਲੋਂ ਵੱਖਰੇ ਨੇ, ਤਾਂ ਉਹਦੀ ਛਾਪ ਦਿਖਣੀ ਚਾਹੀਦੀ ਸੀ। ਉਹ ਸਾਨੂੰ ਕਿਧਰੇ ਨਹੀਂ ਦਿਖੀ। ਫਿਰ ਅਸੀਂ ਕਿਸੇ ਤੋਂ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਵੀ ਸੰਬੋਧਨ ਕੀਤਾ ਕਿ ਝਟਕਾ ਲੱਗਿਆ, ਅੱਜ ਕੱਲ੍ਹ ਝਟਕੇ ਕਿਸੇ ਨੂੰ ਨਹੀਂ ਲੱਗਦੇ, ਨਾ ਫਾਇਦਾ ਹੁੰਦਾ ਨਾ ਨੁਕਸਾਨ ਹੁੰਦਾ ਹੈ। ਭਾਜਪਾ ਦੀ ਲੋੜ ਹੈ ਕਿ ਸਾਨੂੰ ਵੱਧ ਤੋਂ ਵੱਧ ਸਿੱਖ ਚਿਹਰੇ ਚਾਹੀਦੇ ਨੇ। ਉਹਨਾਂ ਦੀ ਪਾਰਟੀ ਚਾਹੇ ਇਸ ਨੂੰ ਲੈ ਕੇ ਕਾਫੀ ਖਲਾਰਾ ਵੀ ਪਿਆ ਹੋਇਆ ਹੈ।
ਮਨਪ੍ਰੀਤ ਬਾਦਲ ਦੀ ਐਂਟਰੀ ਨੂੰ ਸਰੂਪ ਸਿੰਗਲਾ ਵੀ ਬੋਲੇ ਨੇ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਪਟਿਆਲੇ ਦੇ ਵਿੱਚ ਵੀ ਫਲੈਕਸਾਂ ਲੱਗੀਆਂ ਨੇ, ਜਿਹੜੇ ਟਕਸਾਲੀ ਆਗੂ ਨੇ ਉਹ ਇਸ ਗੱਲ ਦਾ ਗਿਲਾ ਸਪਸ਼ਟ ਤੌਰ ਤੇ ਹਾਂ ਵਖਰੇਵਾਂ ਬਿਲਕੁਲ ਸਪਸ਼ਟ ਤੌਰ ਤੇ ਦਿਖ ਰਿਹਾ ਉਹਨਾਂ ਦਾ ਕਿ 29 ਤਰੀਕ ਨੂੰ ਜਿਹੜਾ ਹੈਗਾ ਹੁਣ ਉੱਥੇ ਆ ਰਹੇ ਨੇ ਤੁਹਾਡੇ ਅਮਿਤ ਸ਼ਾਹ ਜੀ ਆ ਰਹੇ ਨੇ, ਵਿੱਤ ਮੰਤਰੀ ਆ ਰਹੇ ਨੇ। ਔਰ ਸਾਨੂੰ ਇੱਕ ਅੰਦਰਲੀ ਗੱਲ ਪਤਾ ਲੱਗੀ ਹੈ ਕਿ ਅਮਿਤ ਸ਼ਾਹ ਦੇ ਸੰਪਰਕ ਦੇ ਵਿੱਚ 2 ਸਾਬਕਾ ਅਕਾਲੀ ਜਿਹੜੇ ਮੰਤਰੀ ਨੇ ਉਹ ਵੀ ਪਿਛਲੇ ਦਿਨਾਂ 'ਚ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਨੇ। ਤਾਂ ਇਹ ਕਨਸੋਆਂ ਮਿਲ ਰਹੀਆਂ ਨੇ ਆਤਿਸ਼ ਕਿ ਪਟਿਆਲੇ ਦੇ ਵਿੱਚ ਜਿਸ ਦਿਨ ਅਮਿਤ ਸ਼ਾਹ ਜੀ 2024 ਦੀਆਂ ਇੱਕ ਤਰ੍ਹਾਂ ਦਾ ਚੋਣਾਂ ਦਾ ਆਗਾਜ਼ ਕਰਨਗੇ ਤਾਂ ਉਸ ਦਿਨ 2 ਵੱਡੇ ਅਕਾਲੀ ਚਿਹਰੇ ਆ ਜਿਹੜੇ ਉਹ ਵੀ ਭਾਜਪਾ 'ਚ ਸ਼ਮੂਲੀਅਤ ਕਰ ਸਕਦੇ ਨੇ। ਦੇਖੋ ਇਹ ਗੱਲਾਂ ਅਧਿਕਾਰਤ ਤੌਰ ਤੇ ਤਾਂ ਕੋਈ ਪੁਸ਼ਟੀ ਹੁੰਦੀ ਨਹੀਂ ਜਿੰਨਾ ਚਿਰ, ਜਿਸ ਤਰ੍ਹਾਂ ਮਨਪ੍ਰੀਤ ਨੇ ਅੱਜ ਪੱਲਾ ਫੜਿਆ ਉਸ ਤਰ੍ਹਾਂ ਜਿੰਨਾ ਚਿਰ ਸ਼ਾਮਲ ਨਹੀਂ ਹੋ ਜਾਂਦੇ, ਪਰ ਜਿਹੜੀਆਂ ਇਹ ਕਨਸੋਆਂ ਕਾਫੀ ਹੱਦ ਤੱਕ ਠੀਕ ਜਾਪ ਰਹੀਆਂ ਨੇ ਕਿਉਂਕਿ ਉਹ ਵੀ ਅਕਾਲੀ ਮੰਤਰੀ ਦੋਨੇ ਜਿਹੜੀ ਘੁਟਨ ਮਹਿਸੂਸ ਕਰ ਰਹੇ ਨੇ। ਜਿਸ ਤਰ੍ਹਾਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ ਘੁਟਨ ਮਹਿਸੂਸ ਕਰ ਰਹੇ ਸੀ। ਹੁਣ ਆਤਿਸ਼ ਇਸ ਤਰ੍ਹਾਂ ਦਾ ਜਦੋਂ ਕੋਈ ਆਉਣ ਜਾਣ ਹੁੰਦਾ ਹੈ, ਡਿਫੈਕਸ਼ਨ ਹੁੰਦਾ ਇੱਕ ਪਾਰਟੀ 'ਚੋਂ ਦੂਸਰੀ ਪਾਰਟੀ 'ਚ, ਦੂਸਰੀ ਤੋਂ ਤੀਸਰੀ ਪਾਰਟੀ 'ਚੋਂ, ਇਹਦੇ ਨਾਲ ਸਾਡੀ ਜਿਹੜੀ ਭਾਰਤ ਦੀ ਸਿਆਸਤ ਦਾ ਚਿਹਰਾ ਮੋਹਰ ਹੈ ਜਾਂ ਮੁਹੰਦਰ ਹੈ ਉਹ ਇੱਕ ਤਰੀਕੇ ਨਾਲ ਬੇਪਰਦ ਹੁੰਦਾ ਹੈਗਾ ਕਿ ਅਸੀਂ ਜਾ ਕਿੱਧਰ ਰਹੇ ਹੈਗੇ ਹਾਂ। ਹੁਣ ਹਰ ਕਿਸੇ ਵੀ ਪਾਰਟੀ ਦੀ ਕੋਈ ਇੱਕ ਤਰ੍ਹਾਂ ਦੀ ਆਈਡੀਓਲੋਜੀ ਨਹੀਂ। ਮਨਪ੍ਰੀਤ ਬਾਦਲ ਪਹਿਲਾਂ ਇਹ ਦੱਸਣ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਹੈ ਕਿ ਉਹਦੇ ਨਾਲ ਸਹਿਮਤ ਹੈਗੇ ਨੇ ਕਿ ਹੁਣ ਉਸ ਦਾ ਪ੍ਰਚਾਰ ਕਰਨਗੇ। ਕੱਲ ਤੱਕ ਉਹਨਾਂ ਨੂੰ ਦੂਸਰੀ ਪਾਰਟੀ ਦੀ ਆਈਡੀਓਲੋਜੀ ਅੱਛੀ ਲੱਗ ਰਹੀ ਸੀ, ਉਸ ਤੋਂ ਪਹਿਲਾਂ ਇੱਕ ਖੇਤਰੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਅੱਛੀ ਲੱਗ ਰਹੀ ਸੀ। ਹੁਣ ਨਾ ਤਾਂ ਜਿਹੜੇ ਸਾਡੇ ਸਿਆਸਤਦਾਨ ਹੈ ਉਹਨਾਂ ਦੀ ਕੋਈ ਆਪਣੀ ਆਈਡੀਓਲੋਜੀ ਰਹੀ ਹੈ, ਨਾ ਆਈਡੀਓਲੋਜੀ ਨਾਲ ਬੱਝੇ ਹੋਏ ਨੇ, ਨਾ ਉਹਨਾਂ ਦੀ ਕੋਈ ਪ੍ਰਤੀਬੱਧਤਾ ਰਹੀ ਹੈ ਕਿ ਅਸੀਂ ਇੱਕ ਪਾਰਟੀ 'ਚ ਖੜੇ ਹਾਂ। ਉਹਨਾਂ ਨੂੰ ਲੱਗਦਾ ਕਿ ਅੱਜ ਸਾਨੂੰ ਕੁਰਸੀ ਮਿਲ ਗਈ ਤਾਂ ਓਕੇ, ਕੱਲ ਜੇ ਕੁਰਸੀ ਮਿਲਣ ਦੀ ਕੋਈ ਆਸ ਨਹੀਂ ਦਿੰਦੀ ਤਾਂ ਉਹਨੂੰ ਲੱਗਦਾ ਕਿ ਹੁਣ ਅੱਗੇ ਆਪਣਾ ਨਵੇਂ ਡੇਰੇ 'ਚ ਜਾ ਕੇ ਆਪਾਂ ਅਲਖ ਜਗਾ ਲਓ ਇਸ ਤਰੀਕੇ ਨਾਲ। ਤੇ ਨਾ ਹੀ ਪਾਰਟੀਆਂ 'ਚ ਕੋਈ ਡਿਸਿਪਲਿਨ ਰਿਹਾ। ਪਹਿਲਾਂ ਹੁੰਦਾ ਸੀ ਕਿ ਜਦੋਂ ਕੋਈ ਪਾਰਟੀ 'ਚ ਇਦਾਂ ਦੀ ਬਗਾਵਤ ਕਰਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਹਾਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿਆਂਗੇ, ਤੁਹਾਨੂੰ ਉਮਰ ਭਰ ਲਈ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿਆਂਗੇ। ਹੁਣ ਕੀ ਹੁੰਦਾ, ਜੇ ਕੋਈ ਸਵੇਰੇ ਦੂਜੀ ਪਾਰਟੀ ਚਲਾ ਗਿਆ, ਉਹਨੂੰ ਫਿੱਟ ਨਹੀਂ ਬੈਠੀ, ਉਹ ਵਾਪਸ ਆ ਕੇ ਫੇਰ ਪਾਰਟੀ ਸ਼ਾਮਲ ਹੋ ਜਾਂਦਾ ਹੈ। ਹੁਣ ਤਾਂ ਇੱਕ ਮਿਲਗੋਬਾ ਜਿਹਾ ਬਣ ਗਿਆ। ਜਿਵੇਂ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਕਬੱਡੀ ਦੇ ਟੂਰਨਾਮੈਂਟਾਂ ਤੇ ਜਾਂਦੇ ਤਾਂ ਦੇਖਦੇ ਕਿ ਪਿੰਡਾਂ ਦੇ ਮੈਚ ਹੁੰਦੇ ਕਿ ਇੱਕ ਪਿੰਡ ਦੀ ਕਬੱਡੀ ਦੀ ਟੀਮ ਦਾ ਮੁਕਾਬਲਾ ਦੂਜੇ ਪਿੰਡ ਦੀ ਕਬੱਡੀ ਦੀ ਟੀਮ ਨਾਲ ਮੁਕਾਬਲਾ ਹੁੰਦਾ ਸੀ। ਹੌਲੀ ਹੌਲੀ ਮੁਹਾਂਦਰਾ ਬਦਲਿਆ ਗਿਆ। ਫਿਰ ਇੰਨੀ ਕੁ ਛੋਟ ਦੇ ਦਿੱਤੀ ਕਿ ਇੱਕ ਪਿੰਡ ਦੀ ਕਬੱਡੀ ਦੀ ਟੀਮ ਦੇ ਵਿੱਚ ਜਿਹੜਾ ਖਿਡਾਰੀ ਹੈ ਉਹ ਦੂਸਰੇ ਪਿੰਡ ਦਾ ਵੀ ਖੇਡ ਸਕਦਾ ਹੈ। ਪਰ ਹੁਣ ਇੰਨੇ ਵਰਿਆਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਤਾਂ ਹੁਣ ਕੀ ਹੈ, ਮਿਲਗੋਬਾ ਬਣ ਗਿਆ ਇੱਕ ਤਰੀਕੇ ਨਾਲ। ਹੁਣ ਕੋਈ ਪਿੰਡਾਂ ਦੀਆਂ ਤਾਂ ਟੀਮਾਂ ਰਹੀਆਂ ਨਹੀਂ, ਹੁਣ ਇੱਕੋ ਟੀਮ ਵਿੱਚ 10-10 ਪਿੰਡਾਂ ਦੇ ਖਿਡਾਰੀ ਖੇਡ ਰਹੇ ਹੁੰਦੇ ਨੇ। ਕੋਈ ਟਕਸਾਲੀ ਤਾਂ ਕੋਈ ਹੁੰਦਾ ਨਹੀਂ, ਕੋਈ ਮੂਲਵਾਦੀ ਤਾਂ ਹੁੰਦਾ ਹੀ ਨਹੀਂ ਇੱਕ ਤਰੀਕੇ ਨਾਲ। ਤਾਂ ਇਸ ਤਰ੍ਹਾਂ ਹੀ ਸਿਆਸਤ ਦੇ ਵਿੱਚ ਵੀ ਹੋ ਗਿਆ ਕਿ ਪਾਰਟੀਆਂ ਦੇ ਵਿੱਚ ਜਿਹੜੇ ਟਕਸਾਲੀ ਜਿਹੜੇ ਮੂਲ ਦੇ ਹੁੰਦੇ ਆ ਆਗੂ ਹੁੰਦੇ ਨੇ ਉਹ ਰਹੇ ਨਹੀਂ, ਕਿਉਂਕਿ ਪਹਿਲੇ ਲੋਕਾਂ ਦੀ ਕਮਿਟਮੈਂਟ ਤਾਂ ਵੀ ਆਤਿਸ਼ ਹੁੰਦੀ ਸੀ ਕਿ ਉਹ ਲੋਕ ਇੱਕ ਹੇਠਾਂ ਤੋਂ ਧਰਤੀ ਤੋਂ ਉੱਠੇ ਹੁੰਦੇ ਨੇ, ਲੀਡਰ ਹੁੰਦੇ ਸੀਗੇ, ਧਰਤੀ ਨਾਲ ਜੁੜੇ ਹੋਏ ਨੇਤਾ ਹੁੰਦੇ ਸੀ। ਉਹਨਾਂ ਨੇ ਹਰ ਤਰ੍ਹਾਂ ਦੀ ਹਵਾ ਦੇਖੀ ਹੁੰਦੀ ਸੀਗੀ ਤੇ ਜਾਂ ਹਰ ਤਰ੍ਹਾਂ ਦਾ ਰੰਗ ਦੇਖਿਆ ਹੁੰਦਾ ਸੀ ਉਹਨਾਂ ਨੇ, ਜਾਂ ਉਹ ਅਲੱਗ-ਅਲੱਗ ਕਿਸਮ ਦੇ ਸੰਘਰਸ਼ਾਂ ਚੋਂ ਨਿਕਲੇ ਹੁੰਦੇ ਸੀ। ਇੱਕ ਉਹਨਾਂ ਦਾ ਲੰਬਾ ਤਜਰਬਾ ਹੁੰਦਾ ਸੀ, ਉਹਨਾਂ ਨੂੰ ਪਾਰਟੀਆਂ ਨਾਲ ਲਗਾਅ ਹੁੰਦਾ ਸੀ, ਮੋਹ ਹੁੰਦਾ ਸੀ। ਹੁਣ ਤਾਂ ਇਹ ਲੱਗਦਾ ਹੈ ਕਿ ਸਾਨੂੰ ਜੇ ਕੁਰਸੀ ਇੱਥੋਂ ਨਹੀਂ ਮਿਲੀ, ਆਉਣ ਵਾਲੀ ਚੋਣ ਦੀ ਲੋਕ ਸਭਾ ਦੀ ਸੀਟ ਹੈ ਜਿਹੜੀ ਉਹ ਜੇ ਕਾਂਗਰਸ ਤੋਂ ਮਿਲਦੀ ਉਮੀਦ ਨਹੀਂ, ਭਾਜਪਾ ਚੋਂ ਮਿਲ ਸਕਦੀ ਹੈ। ਅਗਲਾ ਕਹਿੰਦਾ ਟਪੂਸੀ ਮਾਰ ਕੇ ਉਧਰ ਚਲੇ ਜਾਓ। ਸੋ ਇਸ ਤਰ੍ਹਾਂ ਦਾ ਵਰਤਾਰਾ ਹੋ ਗਿਆ ਜਿਹਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਹੁਣ ਬਹੁਤੀ ਹੈਰਾਨੀ ਹੁੰਦੀ ਹੈ। ਚਰਨਜੀਤ ਜੀ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਹੈ ਕਿ ਸਾਰੀ ਸਿਆਸੀ ਪਾਰਟੀਆਂ ਹੁਣ ਸਿਆਸੀ ਆਗੂ ਉਹ ਕੁਰਸੀ ਦੇ ਪਿੱਛੇ ਭੱਜ ਰਹੀਆਂ ਤੇ ਭਾਜਪਾ ਵੱਲੋਂ ਵੀ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਰਣਨੀਤੀ ਹੈ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਦਿਨਾਂ ਦੇ ਕੌਮੀ ਸੈਸ਼ਨ ਦੇ ਵਿੱਚ ਵੀ ਇਸ਼ਾਰਾ ਕੀਤਾ, ਆਪਣੇ ਵਰਕਰਾਂ ਨੂੰ ਸਾਫ਼ ਤੌਰ ਤੇ ਸੱਦਾ ਦਿੱਤਾ ਕਿ ਉਹ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਣ। ਜੇ ਗੱਲ ਕਰੀਏ ਤਾਂ ਖਾਸ ਤੌਰ ਤੇ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਨਾਲ ਰੱਖਣ ਦਾ ਜਿਹੜਾ ਇੱਕ ਸੱਦਾ ਦਿੱਤਾ ਹੈ, ਸੰਦੇਸ਼ ਦਿੱਤਾ ਹੈ ਕਿ ਸਿੱਖ ਭਾਈਚਾਰੇ ਨੂੰ ਨਾਲ ਰੱਖਿਆ ਜਾਵੇ। ਪ੍ਰਧਾਨ ਮੰਤਰੀ ਦੇ ਇਸ ਸੱਦੇ ਨੂੰ, ਇਸ ਉੱਤੇ ਭਾਸ਼ਣ ਨੂੰ ਕਿਵੇਂ ਦੇਖੋ? ਇਹ ਭਾਸ਼ਣ ਦੇ 2 ਸਾਈਡਾਂ ਹੈਗੀਆਂ ਨੇ। ਇੱਕ ਸਾਈਡ ਤਾਂ ਉਹ ਹੈ ਕਿ ਜਿਹੜੀ ਪ੍ਰੈਸ ਦੇ ਵਿੱਚ ਬਾਹਰ ਆ ਚੁੱਕੀ ਹੈ ਕਿਉਂਕਿ ਕੱਲ ਦਿੱਲੀ ਦੇ ਵਿੱਚ ਭਾਜਪਾ ਦੀ ਕੌਮੀ ਕਾਰਜਕਾਰਨੀ ਦਾ ਜਿਹੜਾ ਲਾਸਟ ਦਿਨ ਸੀ ਤੇ ਉਹਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਦਿੱਤਾ ਹੈਗਾ। ਬਾਹਰੀ ਤੌਰ ਤੇ ਤਾਂ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਮਿਨੋਰਟੀਜ਼ ਹੈਗੀਆਂ ਨੇ, ਖਾਸ ਕਰਕੇ ਉਹਨਾਂ ਨੇ ਸਿੱਖ ਭਾਈਚਾਰੇ ਦਾ ਜ਼ਿਕਰ ਕੀਤਾ ਹੈ। ਉਹਦੇ ਵਿੱਚ ਮੁਸਲਿਮ ਵਰਗ ਦਾ ਜ਼ਿਕਰ ਮੈਨੂੰ ਕਿਤੋਂ ਨਹੀਂ ਪੜਿਆ ਜਿਹੜਾ ਰਿਲੀਜ਼ ਉਹਨਾਂ ਦੇ ਆਏ ਨੇ। ਤੇ ਉਹਨਾਂ ਨੇ ਕਿਹਾ ਕਿ ਘੱਟ ਗਿਣਤੀ ਦੇ ਜਿਹੜੇ ਲੋਕ ਹੈ, ਭਾਈਚਾਰੇ ਨੇ, ਇਹਨਾਂ ਦੇ ਨਾਲ ਸਾਡੇ ਜਿਹੜੇ ਵਰਕਰਾਂ ਨੂੰ ਉਹਨਾਂ ਨੇ ਸੱਦਾ ਦਿੱਤਾ, ਆਪਣੇ ਆਗੂਆਂ ਨੂੰ ਸੱਦਾ ਦਿੱਤਾ ਕਿ ਇਹਨਾਂ ਨਾਲ ਤਾਲਮੇਲ ਹੈ ਜਿਹੜਾ ਉਹ ਵਧਾਇਆ ਜਾਵੇ। ਹਰ ਵਰਗ ਨਾਲ, ਸਮਾਜ ਦੇ ਨਾਲ ਤਾਲਮੇਲ
ਵਧਾਉਣ ਬਾਰੇ ਉਹਨਾਂ ਨੇ ਗੱਲ ਕਹੀ ਹੈ। ਇਹ ਬਾਹਰੀ ਤੌਰ ਤੇ ਆਇਆ ਹੈਗਾ, ਪਰ ਅੰਦਰੂਨੀ ਤੌਰ ਤੇ ਭਾਜਪਾ ਇੱਕ ਗੱਲ ਮਹਿਸੂਸ ਕਰ ਰਹੀ ਹੈ, ਖਾਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਨੂੰ ਲੈ ਕੇ ਉਹਨਾਂ ਨੂੰ ਇੱਕ ਗੱਲ ਤਾਂ ਇਹ ਮਹਿਸੂਸ ਹੋ ਰਿਹਾ, ਜਿਹੜਾ ਕੱਲ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਈ ਹੈ ਗੱਲ, ਤਾਂ ਪ੍ਰਧਾਨ ਮੰਤਰੀ ਇਹ ਮਹਿਸੂਸ ਕਰ ਰਹੇ ਨੇ ਕਿ ਜੇ ਸਾਡੀ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੇ ਸਿੱਖ ਕਮਿਊਨਿਟੀ ਲਈ ਬਹੁਤ ਵੱਡੇ ਵੱਡੇ ਫੈਸਲੇ ਲਏ ਨੇ, ਸਿੱਖ ਕਮਿਊਨਿਟੀ ਦੇ ਬਹੁਤ ਵੱਡੇ ਵੱਡੇ ਜਿਹੜੇ ਕੰਮ ਹੈ ਲਟਕਦੇ ਹੋਏ ਉਹ ਕੀਤੇ ਨੇ ਇੱਕ ਗੱਲ ਤਾਂ ਇਹ। ਦੂਸਰਾ ਉਹ ਮਹਿਸੂਸ ਕਰਦੇ ਨੇ ਕਿ ਸਿੱਖਾਂ ਦੇ ਜਿਹੜੇ ਵੱਡੇ ਚਿਹਰੇ ਨੇ, ਜਾਂ ਆਪਾਂ ਕਹ ਲਈਏ ਕਿ ਸਿੱਖ ਚਿਹਰੇ ਹੈ, ਉਹਨਾਂ ਨੂੰ ਭਾਜਪਾ ਦੇ ਵਿੱਚ ਵੱਡੀ ਥਾਂ ਦਿੱਤੀ ਗਈ ਹੈ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਹੈ ਕੌਮੀ ਕਾਰਜਕਾਰਨੀ ਦੇ ਵਿੱਚ, ਕਿ ਸਿੱਖ ਚਿਹਰਿਆਂ ਨੂੰ ਪਾਰਟੀ ਦੇ ਵਿੱਚ ਵੱਡੀ ਥਾਂ ਮਿਲਣ ਦੇ ਬਾਵਜੂਦ, ਸਿੱਖ ਕਮਿਊਨਿਟੀ ਲਈ ਵੱਡੇ ਵੱਡੇ ਕੰਮ ਕਰਨ ਦੇ ਬਾਵਜੂਦ, ਜਿਹੜਾ ਸਿੱਖ ਭਾਈਚਾਰਾ ਹੈ, ਜਿਹੜੇ ਆਮ ਸਿੱਖ ਭਾਈਚਾਰੇ ਦੇ ਲੋਕ ਹੈ, ਉਹਨਾਂ ਦਾ ਭਾਰਤੀ ਜਨਤਾ ਪ੍ਰਤੀ ਜਿਹੜਾ ਲਗਾਓ ਹੈ ਉਹ ਇਸ ਕਿਸਮ ਦਾ ਦੇਖਣ ਨੂੰ ਨਹੀਂ ਮਿਲ ਰਿਹਾ। ਜਾਂ ਇਹ ਕਹਿ ਸਕਦੇ ਕਿ ਸਿੱਖ ਕਮਿਊਨਿਟੀ ਭਾਜਪਾ ਤੇ ਉਸ ਤਰੀਕੇ ਨਾਲ ਜਿਹੜਾ ਭਰੋਸਾ ਜਾਂ ਫੇਥ ਹੈ ਹਾਲੇ ਨਹੀਂ ਕਰ ਰਹੀ। ਤਾਂ ਅੰਦਰੋਂ ਉਹਨਾਂ ਨੇ ਆਪਣੇ ਆਗੂਆਂ ਨੂੰ ਇਹ ਕਿਹਾ ਕਿ ਘੱਟੋ ਘੱਟ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਹੜੇ ਕਾਰਨ ਹੈ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਭਾਜਪਾ ਦੇ ਨੇੜੇ ਨਹੀਂ ਆ ਰਹੀ, ਨੇੜੇ ਨਹੀਂ ਲੱਗ ਰਹੀ। ਇਹ ਦੂਰੀ ਕਿਉਂ ਹੈ? ਉਹਨਾਂ ਨੇ ਕਿਹਾ ਕਿ ਫੀਡਬੈਕ ਲਈ ਜਾਵੇ, ਫੀਡਬੈਕ ਲੈ ਕੇ ਜਿਹੜੇ ਕਾਰਨ ਹੈ ਉਹਨੂੰ ਆਇਡੈਂਟੀਫਾਈ ਕਰਕੇ ਉਹ ਤੇ ਅੱਗੇ ਵਰਕ ਕੀਤਾ ਜਾਵੇ, ਕਿਉਂਕਿ ਅਸਲੀ ਟਾਰਗੇਟ ਤਾਂ ਆਤਿਸ਼ ਜਿਹੜਾ 2024 ਦੀਆਂ ਇਲੈਕਸ਼ਨਸ ਹੈਗੀਆਂ ਨੇ, ਤਾਂ ਹੁਣ ਵੀ ਜਦੋਂ ਪਿੱਛੇ ਗੱਲ ਆਪਾਂ ਕਰਦੇ ਹੈਗੇ ਆ ਕਿ ਡਿਫੈਕਸ਼ਨ ਹੋਈ ਹੈ ਇੰਨੀ, ਕਾਂਗਰਸ ਦੇ ਇੰਨੇ ਮੰਤਰੀ ਜਿਹੜੇ ਉਧਰ ਚਲੇ ਗਏ ਹੈਗੇ, ਹਾਲਾਂਕਿ ਭਾਜਪਾ ਦਾ ਜਿਹੜਾ ਇਹ ਰਿਹਾ ਕਿ ਕਰਪਸ਼ਨ ਦੇ ਨਜ਼ਰੀਏ ਤੋਂ ਕਿ ਇਦਾਂ ਦੇ ਕੋਈ ਵੱਡੇ ਘੁਟਾਲੇ ਜਿਹੜੇ ਸਾਹਮਣੇ ਨਹੀਂ ਆਏ ਜਾਂ ਦਾਗ ਨਹੀਂ ਲੱਗਦਾ, ਪਰ ਜਦੋਂ ਤੋਂ ਕਾਂਗਰਸ ਦੇ ਕੋਈ ਇਸ ਕਿਸਮ ਦੇ ਕੁਝ ਆਗੂਆਂ ਨੂੰ ਜਿਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਦਾਗ ਲੱਗੇ ਹੋਏ ਆ ਉਹਨਾਂ ਨੂੰ ਸ਼ਾਮਲ ਹੋ ਗਿਆ, ਤਾਂ ਭਾਜਪਾ ਤੇ ਵੀ ਇਸ ਗੱਲ ਨੂੰ ਲੈ ਕੇ ਉਂਗਲ ਉੱਠਣੀ ਜਿਹੜੀ ਸ਼ੁਰੂ ਨਾਲੋਂ ਨਾਲ ਹੋ ਗਈ ਹੈ। ਹਾਲਾਂਕਿ ਤੁਹਾਡੇ ਯਾਦ ਹੋਏਗਾ ਕਿ ਪਿਛਲੀਆਂ ਉਦੋਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਇੱਕ ਕੇਂਦਰੀ ਮੰਤਰੀ ਹੁੰਦੇ ਸੀ ਰਾਓ ਸਾਹਿਬ ਦਾਨਵੇ ਇਹਨਾਂ ਦੇ ਇੱਕ ਨੇਤਾ ਸੀ। ਉਹ ਕਿਹਾ ਕਰਦੇ ਸੀ ਕਿ ਜਦੋਂ ਵੀ ਕੋਈ ਸ਼ਮੂਲੀਅਤ ਕਰਦੇ ਸੀ ਭਾਜਪਾ ਦੇ ਵਿੱਚ ਕਿਸੇ ਇਸ ਕਿਸਮ ਦੇ ਆਗੂ ਦੀ, ਉਹ ਕਹਿੰਦੇ ਸੀ ਕਿ ਭਾਜਪਾ ਕੋਲ ਇੱਕ ਵਾਸ਼ਿੰਗ ਮਸ਼ੀਨ ਹੈ, ਜਦੋਂ ਵੀ ਉਸ ਵਾਸ਼ਿੰਗ ਮਸ਼ੀਨ ਦੇ ਵਿੱਚ ਅਸੀਂ ਨੇਤਾ ਨੂੰ ਬਾਹਰੋਂ ਆਏ ਨੂੰ ਪਾਉਣੇ ਆ ਤਾਂ ਸਾਰੇ ਜਿਹੜੇ ਦਾਗ ਹੈ ਉਹ ਲੱਥ ਜਾਂਦੇ ਤੇ ਅਸੀਂ ਉਹਨਾਂ ਨੂੰ ਪਵਿੱਤਰ ਕਰਕੇ ਸ਼ਾਮਲ ਕਰ ਲੈਂਦੇ ਹਾਂ। ਸੋ ਹੋ ਸਕਦਾ ਭਾਈ ਇਸ ਕਿਸਮ ਦੀ ਮਸ਼ੀਨ ਉਹਨਾਂ ਨੇ ਪੰਜਾਬ ਦੇ ਵੀ ਸ਼ੰਭੂ ਬਾਰਡਰ ਤੇ ਲਿਆ ਕੇ ਰੱਖੀ ਹੋਵੇ ਕਿ ਜਦੋਂ ਹੀ ਦਿੱਲੀ ਦੇ ਵਿੱਚ ਕੋਈ ਸ਼ਾਮਲ ਹੋਣ ਆਉਂਦਾ ਹੈਗਾ ਤੇ ਪਹਿਲਾਂ ਉਹਦੀ ਧੁਲਾਈ ਕਰ ਲਈ ਜਾਵੇ। ਪਰ ਜਿਹੜੇ ਦਾਗ ਹੈ ਉਹਨੂੰ ਤੁਸੀਂ ਅਮਿਟ ਤਾਂ ਹੋ ਸਕਦੇ ਨੇ ਪਰ ਸਦਾ ਲਈ ਮਿਟਦੇ ਨਹੀਂ, ਉਹ ਨਜ਼ਰ ਹੈ ਜਿਹੜੇ ਆਉਂਦੇ ਰਹਿਣਗੇ। ਬਾਕੀ ਭਾਜਪਾ ਨੂੰ ਚਾਨਣ ਹੋ ਜਾਏਗਾ 2024 ਚ। ਚਰਨਜੀਤ ਜੀ, ਇਸ ਦੇ ਨਾਲ ਹੀ ਜੇ ਗੱਲ ਕਰੀਏ ਪੰਜਾਬ ਦੀ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਦਿਨ ਇੱਕ ਵੱਡਾ ਐਲਾਨ ਕਰਕੇ ਹਟੇ ਨੇ, ਜੀਰਾ ਫੈਕਟਰੀ ਨੂੰ ਲੈ ਕੇ ਉਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ। ਉਹਨਾਂ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਜਿਹੜਾ ਇੱਕ ਚਰਚਾਵਾਂ ਦਾ ਦੌਰ ਛਿੜਿਆ ਹੋਇਆ, ਕਿਤੇ ਨਾ ਕਿਤੇ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਮੁੱਖ ਮੰਤਰੀ ਦਾ ਜਿਹੜਾ ਇਹ ਐਲਾਨ ਹੈ ਉਹ ਕਾਰਗਰ ਸਾਬਿਤ ਨਹੀਂ ਹੋ ਸਕਦਾ, ਉਸ 'ਚ ਕੋਈ ਨਾ ਕੋਈ ਅੜਚਨ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਸਕਦੀ ਹੈ। ਅਸੀਂ ਜਾਣਨਾ ਚਾਹਾਂਗੇ ਇਹੋ ਜਿਹੀ ਜਿਹੜੀ ਚਰਚਾਵਾਂ ਦਾ ਦੌਰ ਚੱਲ ਰਿਹਾ ਇਸ 'ਚ ਕਿੰਨੀ ਕੁ ਸੱਚਾਈ ਹੈ? ਆਤਿਸ਼, ਆਪਾਂ ਗੱਲ ਕੀਤੀ ਸੀ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਲੰਬੀ ਚੌੜੀ, ਕਿਉਂਕਿ ਕੱਲ ਮੁੱਖ ਮੰਤਰੀ ਦਾ ਉਸ ਟਾਈਮ ਹੀ ਅਨਾਉਂਸਮੈਂਟ ਹੋਈ ਸੀ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਹੋਏਗੀ ਔਰ ਤਕਰੀਬਨ 177 ਦਿਨਾਂ ਦਾ ਸੰਘਰਸ਼ ਚੱਲ ਰਿਹਾ ਸੀ। ਹੁਣ ਦੇਖੋ ਜਦੋਂ ਇਹ ਐਲਾਨ ਹੋ ਚੁੱਕਾ ਹੈ, ਪਹਿਲੀ ਗੱਲ ਤਾਂ ਇਹ ਕਿ ਸਾਂਝਾ ਮੋਰਚਾ ਨੇ ਜਿਹੜਾ ਉੱਥੋਂ ਧਰਨਾ ਹੈ ਹਾਲੇ ਚੱਕਿਆ ਨਹੀਂ। ਉਹਨਾਂ ਨੇ 19 ਜਨਵਰੀ ਨੂੰ ਜਿਹੜਾ ਸਾਰੇ ਲੋਕਾਂ ਦਾ ਇਕੱਠ ਸੱਦਿਆ, ਉਹਦੇ ਵਿੱਚ ਇਹਨਾਂ ਨੇ ਫੈਸਲਾ ਲੈਣਾ ਹੈ। ਉਹਦੇ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਨੇ ਕੁਛ ਲਿਖਤੀ ਮੰਗਾਂ ਜਾਂ ਲਿਖਤੀ ਸ਼ੋਰਟੀ ਹੈ ਜਿਹੜੀ ਉਹ ਚਾਹੁੰਦੇ ਨੇ ਸਰਕਾਰ ਤੋਂ। ਪਰ ਹੁਣ ਇੱਕ ਜਿਹੜੀ ਨਵੀਂ ਗੱਲ ਤੁਰੀ ਹੈਗੀ ਆ ਉਹ ਇਹ ਹੈਗੀ ਹੈ ਕਿ ਮੁੱਖ ਮੰਤਰੀ ਨੇ ਇਹ ਕਹਿਤਾ ਕਿ ਫੈਕਟਰੀ ਬੰਦ ਹੋਏਗੀ। ਹੁਣ ਇਹ ਬੰਦ ਹੋਣ ਦਾ ਭਵਿੱਖ ਕੀ ਹੋਏਗਾ? ਕਿ ਕਿਤੇ ਇਹ ਤਾਂ ਨਹੀਂ ਕਿ ਕਾਨੂੰਨੀ ਦਾਅਪੇਚ ਦੇ ਵਿੱਚ ਸਰਕਾਰ ਹਾਰ ਜਾਏਗੀ ਔਰ ਹਾਈ ਕੋਰਟ ਦੇ ਵਿੱਚ ਮਸਲਾ ਆਲਰੇਡੀ ਪਿਆ ਹੋਇਆ ਹੈ ਕਿ ਉੱਥੋਂ ਫੇਰ ਉਹਨਾਂ ਨੂੰ ਜਿਹੜੀ ਪਰਮਿਸ਼ਨ ਮਿਲ ਜਾਏਗੀ ਚਲਾਉਣ ਦੀ। ਇਸ ਕਿਸਮ ਦੀ ਜਿਹੜੇ ਖਦਸ਼ੇ ਆ ਉਹ ਜ਼ਾਹਰ ਕੀਤੇ ਜਾ ਰਹੇ ਨੇ। ਪਰ ਜਿੰਨਾ ਕੁ ਅਸੀਂ ਅੰਦਰੋਂ ਗੱਲ ਕੱਢਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇੱਕ ਗੱਲ ਤਾਂ ਇਹ ਸਾਫ਼ ਹੋਈ ਹੈ ਆਤਿਸ਼ ਕਿ ਜਿਹੜੀ 4 ਕਮੇਟੀਆਂ ਨੇ ਮਿੱਟੀ ਪਾਣੀ ਦੇ ਸੈਂਪਲ ਲਏ ਸੀ, ਉਹ ਸੈਂਪਲ ਹੈ ਜਿਹੜੇ ਫੇਲ ਹੋ ਚੁੱਕੇ ਨੇ। ਇਹਦੀ ਅਧਿਕਾਰਤ ਤੌਰ ਤੇ ਕਿਸੇ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਕਿਉਂਕਿ ਇਹ ਸੈਂਪਲਾਂ ਦੀ ਰਿਪੋਰਟ ਹੈ ਉਹ ਸਿਰਫ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ ਹੈਗੀ ਹੈ ਕਿ ਉਹ ਸੈਂਪਲ ਫੇਲ ਹੋ ਚੁੱਕੇ ਨੇ। ਉਹ ਫੇਲ ਹੋਣ ਤੋਂ ਬਾਅਦ ਹੀ ਮੁੱਖ ਮੰਤਰੀ ਨੂੰ ਲੱਗਿਆ ਹੋਏਗਾ ਕਿ ਹੁਣ ਮੇਰੇ ਕੋਲ ਇੱਕ ਪੱਕੇ ਪੈਰੀ ਮੈਂ ਗੱਲ ਕਰ ਸਕਦਾ, ਫੈਕਟਰੀ ਨੂੰ ਬੰਦ ਕਰ ਸਕਦਾ। ਇੱਕ ਗੱਲ ਤਾਂ ਇਹ ਪਤਾ ਲੱਗੀ ਹੈ। ਦੂਸਰਾ ਇਹ ਹੈ ਕਿ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ
ਉਹਦੇ ਵਿੱਚ ਜਦੋਂ ਵੀ ਕੋਈ ਨਵੀਂ ਫੈਕਟਰੀ ਲੱਗਦੀ ਹੈ ਉਹਨੇ ਦੋ ਤਰ੍ਹਾਂ ਦੀਆਂ ਕੰਸੈਂਟ ਲੈਣੀਆਂ ਹੁੰਦੀਆਂ ਨੇ। ਇੱਕ ਕੰਸੈਂਟ ਟੂ ਐਸਟੈਬਲਿਸ਼ ਹੁੰਦਾ ਹੈ ਕਿ ਅਸੀਂ ਫੈਕਟਰੀ ਨਵੀਂ ਚਾਲੂ ਕਰਨੀ ਹੈਗੀ, ਦੂਸਰੀ ਹੁੰਦੀ ਹੈ ਕੰਸੈਂਟ ਟੂ ਆਪਰੇਟ ਕਿ ਅਸੀਂ ਫੈਕਟਰੀ ਚਾਲੂ ਕਰਨੀ ਹੈ। ਉਹ ਜੀ ਕੰਸੈਂਟ ਟੂ ਆਪਰੇਟ ਹੁੰਦੀ ਹੈ ਉਹ ਹਰ 5 ਸਾਲ ਬਾਅਦ ਰਿਨਿਊ ਕਰਾਉਣੀ ਪੈਂਦੀ ਹੈ, ਤੁਹਾਨੂੰ ਨਵੇਂ ਸਿਰੋਂ ਅਪਲਾਈ ਕਰਨਾ ਪੈਂਦਾ ਹੈ। ਜਿਹੜੀ ਜੀਰੇ ਵਾਲੀ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਨੇ ਜਿਹੜੀ ਕੰਸੈਂਟ ਟੂ ਆਪਰੇਟ ਹੁਣ ਰਿਨਿਊ ਕਰਾਉਣੀ ਸੀ ਉਹਦੀ ਡੇਟ ਪਿਛਲੀ 31 ਦਸੰਬਰ ਸੀ ਜੀ। ਉਹਨਾਂ ਨੇ ਅਪਲਾਈ ਵੀ ਨਹੀਂ ਕੀਤਾ ਹੋਇਆ, ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਪਰ ਸਰਕਾਰ ਨੇ ਉਸ ਤੇ ਕੋਈ ਫੈਸਲਾ ਨਹੀਂ ਸੀ ਲਿਆ। ਹੁਣ ਸਰਕਾਰ ਦਾ ਇਹ ਡਿਸਕ੍ਰਿਸ਼ਨ ਹੈ ਕਿ ਸਾਡੀਆਂ ਰਿਪੋਰਟਸ ਲੈ ਕੇ ਪੋਲਿਊਸ਼ਨ ਕੰਟਰੋਲ ਬੋਰਡ ਫੇਰ ਕੰਸੈਂਟ ਹੈ ਜਿਹੜਾ ਰਿਨਿਊ ਕਰ ਸਕਦਾ ਹੈਗਾ, ਪਰ ਜੇ ਕੰਸੈਂਟ ਰਿਨਿਊ ਨਹੀਂ ਕੀਤੀ ਤਾਂ ਪੰਜਾਬ ਸਰਕਾਰ ਕੋਲ ਇੱਕ ਸੋਲਿਡ ਪੁਆਇੰਟ ਹੈਗਾ ਕਿ ਕੱਲ ਨੂੰ ਜੇ ਮੰਨ ਲਓ ਕੋਰਟ 'ਚ ਕੇਸ ਜਾਂਦਾ ਵੀ ਹੈ ਤਾਂ ਸਰਕਾਰ ਪਲੀ ਦੇ ਸਕਦੀ ਹੈ ਕਿ ਅਸੀਂ ਤਾਂ ਰਿਨਿਊ ਨਹੀਂ ਕੀਤੀ ਤੁਹਾਡੀ ਕੰਸੈਂਟ। ਕਿਉਂ ਨਹੀਂ ਕੀਤੀ? ਕਿ ਤੁਹਾਡੀ ਇਹ ਜਿਹੜੀਆਂ ਕਮੀਆਂ ਜਿਹੜੀਆਂ ਪਾਈਆਂ ਗਈਆਂ ਨੇ ਜੀ ਬਿਲਕੁਲ ਉਹਦੇ ਵਿੱਚ ਸਰਕਾਰ ਦਾ ਜਿਹੜਾ ਪੱਖ ਹੈ ਉਹ ਮਜ਼ਬੂਤ ਹੋ ਸਕਦਾ। ਬਾਕੀ ਤਾਂ ਹਰ ਪੱਖ ਦੇ ਧਿਰ ਦੇ ਆਪੋ ਆਪਣੇ ਪੈਂਤੜੇ ਹੁੰਦੇ ਨੇ, ਪੱਖ ਹੁੰਦਾ, ਲੌਜਿਕ ਹੁੰਦਾ, ਉਹ ਮੈਟਰ ਕਰੇਗਾ ਕੋਰਟ ਦੇ ਵਿੱਚ ਅਗਰ ਇਹ ਜਾਂਦਾ ਹੈ ਇਸ਼ੂ। ਪਰ ਕਿਉਂਕਿ ਜਿਹੜੇ ਕਾਰੋਬਾਰੀ ਲੋਕ ਹੁੰਦੇ ਹੋ ਸਕਦਾ ਬਹੁਤੇ ਨਾ ਖਲਾਰਾ 'ਚ ਪੈਣ, ਕਿਉਂਕਿ ਜਿਹੜੀ ਜੀਰਾ ਫੈਕਟਰੀ ਦੇ ਮਾਲਕ ਨੇ ਉਹਨਾਂ ਦੀ ਸੰਗਤ ਮੰਡੀ ਦੇ ਵਿੱਚ ਵੀ ਇੱਕ ਸੰਗਤ ਪਿੰਡ ਦੇ ਕੋਲ ਫੈਕਟਰੀ ਹੈ ਸ਼ਰਾਬ ਦੀ, ਠੀਕ ਹੈ। ਦੂਸਰੀ ਗੱਲ ਇੱਕ ਇਹ ਚੱਲ ਰਹੀ ਹੈ ਕਿ ਫੈਕਟਰੀ ਬੰਦ ਹੋਣ ਤੋਂ ਬਾਅਦ ਕਿ ਦੇਖੋ ਜੀ ਇੱਕ ਪੱਖ ਤਾਂ ਇਹ ਕਿ ਵਾਹ ਵਾਲਾ ਹੋ ਰਿਹਾ ਕਿ ਮੁੱਖ ਮੰਤਰੀ ਨੇ ਬਹੁਤ ਵਧੀਆ ਕੀਤਾ, ਸੰਘਰਸ਼ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ। ਇੱਕ ਪੱਖ ਇਹ ਵੀ ਆ ਰਿਹਾ ਕਿ ਦੇਖੋ ਜੀ ਇਸ ਫੈਸਲੇ ਦੇ ਨਾਲ ਜਿਹੜੀ ਨਵੀਂ ਇੰਡਸਟਰੀ ਹੈ ਉਹ ਪੰਜਾਬ ਦੇ ਵਿੱਚ ਨਹੀਂ ਆਏਗੀ। ਹੁਣ ਜਿਹੜੇ ਨਵੇਂ ਕਾਰੋਬਾਰੀ ਲੋਕ ਹੈ ਉਹ ਪੰਜਾਬ 'ਚ ਨਿਵੇਸ਼ ਕਰਨ ਤੋਂ ਤ੍ਰਿਵਕਣਗੇ। ਪਰ ਦੇਖਿਆ ਜਾਵੇ ਤਾਂ ਆਤਿਸ਼ ਜੇ ਮੰਨ ਲਓ ਕੋਈ ਇਦਾਂ ਦੀ ਪੋਲੂਸ਼ਨ ਫੈਲਾਉਣ ਵਾਲੀ ਫੈਕਟਰੀ ਪੰਜਾਬ ਦੇ ਵਿੱਚ ਨਿਵੇਸ਼ ਕਰਦੀ ਹੈ ਤਾਂ ਉਸ ਤਰ੍ਹਾਂ ਦੇ ਨਿਵੇਸ਼ ਦਾ ਵੀ ਕੀ ਫਾਇਦਾ ਜੀ। ਬਿਲਕੁਲ, ਜਿਹਨੇ ਪੰਜਾਬ ਦੀ ਆਬੋ ਹਵਾ ਨੂੰ ਹੀ ਖਰਾਬ ਕਰ ਦੇਣਾ ਹੈ। ਤਾਂ ਨਵਾਂ ਨਿਵੇਸ਼ ਕਿੰਨਾ ਕੁ ਆਉਂਦਾ ਇਹ ਵੱਖਰੀ ਗੱਲ, ਪਰ ਮੈਨੂੰ ਇੱਕ ਗੱਲ ਲੱਗਦੀ ਹੈਗੀ ਆਤਿਸ਼ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਸਾਊਥ ਜਾਂਦੇ ਨੇ, ਕਦੇ ਜਰਮਨ ਜਾਂਦੇ ਨੇ ਕਿ ਸਾਡੇ ਬਾਹਰੋਂ ਨਿਵੇਸ਼ ਆਵੇ ਔਰ ਵੱਡਾ ਨਿਵੇਸ਼ ਆਵੇ, ਇੰਡਸਟਰੀਅਲ ਪਾਲਿਸੀ ਹੈ ਜਿਹੜੀ ਉਹ ਕਾਰੋਬਾਰੀਆਂ ਦੇ ਪੱਖ ਦੇ ਵਿੱਚ ਪੇਸ਼ ਕਰਦੇ ਹੈਗੇ ਨੇ, ਤਾਂ ਉਹਦੇ ਵਿੱਚ ਚੰਗਾ ਇਹ ਹੋਵੇ ਕਿ ਪੰਜਾਬ ਸਰਕਾਰ ਦੇ ਜਿਹੜੇ ਆਪਣੇ ਟਕਸਾਲੀ ਇੰਡਸਟਰੀਅਲਿਸਟ ਨੇ, ਲੁਧਿਆਣਾ ਦੀ ਇੰਡਸਟਰੀ ਹੈ, ਵੱਡੇ ਹੈਗੇ ਨੇ ਜਿਹੜੇ ਇੱਥੋਂ ਬਾਹਰ ਨਿਵੇਸ਼ ਕਰਦੇ ਨੇ, ਉਹਨਾਂ ਨੂੰ ਰੋਕਿਆ ਜਾਵੇ। ਉਹਨਾਂ ਨੇ ਇੱਕ ਪਿਆਰ ਵਾਲਾ ਮਾਹੌਲ, ਮੁਹੱਬਤ ਵਾਲਾ ਮਾਹੌਲ ਹੈ ਜਿਹੜਾ ਪੈਦਾ ਕੀਤਾ ਜਾਵੇ, ਇੱਕ ਜਿਹੜਾ ਭਰੋਸੇ ਵਾਲਾ ਮਾਹੌਲ ਕ੍ਰੀਏਟ ਕੀਤਾ ਜਾਵੇ। ਉਹਨਾਂ ਨੂੰ ਪ੍ਰੇਰਿਆ ਜਾਵੇ ਕਿ ਤੁਸੀਂ ਪੰਜਾਬ ਦਾ ਅੰਨ ਪਾਣੀ ਖਾਧਾ, ਪੰਜਾਬ ਦੇ ਜੰਮ ਪਾ ਲਓ, ਤੁਸੀਂ ਪੰਜਾਬ ਦੀ ਇੰਡਸਟਰੀ ਜਿਹੜੀ ਐਕਸਪੈਂਡ ਕਰੋ ਜੀ। ਬਿਲਕੁਲ, ਫਿਰ ਜਿੱਥੇ ਇੱਥੇ ਕੋਈ ਸੰਭਾਵਨਾਵਾਂ ਪਈਆਂ, ਜ਼ਰੂਰੀ ਨਹੀਂ ਕਿ ਵੱਡੀ ਇੰਡਸਟਰੀ, ਕਿਉਂਕਿ ਜਿਹੜੀ ਇੰਪਲੋਇਮੈਂਟ ਜਨਰੇਸ਼ਨ ਹੈ ਉਹ ਤਾਂ ਜਿਹੜੀ ਮੀਡੀਅਮ ਸਕੇਲ ਇੰਡਸਟਰੀ ਹੈ ਜਾਂ ਸਮਾਲ ਸਕੇਲ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ ਹੈ। ਬਿਲਕੁਲ, ਤਾਂ ਇਸ ਕਿਸਮ ਦੀ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਣਾ ਹੈ। ਜ਼ਰੂਰੀ ਨਹੀਂ ਕਿ ਵੀ ਇਹਦੇ ਨਾਲ ਦਰਵਾਜ਼ੇ ਬੰਦ ਹੋ ਗਏ ਨਵੇਂ ਨਿਵੇਸ਼ ਦੇ, ਪਰ ਸਰਕਾਰ ਨੂੰ ਕੋਈ ਨਵੇਂ ਤਰੀਕੇ ਨਾਲ ਗਰਾਊਂਡ 'ਤੇ ਜਾ ਕੇ ਕਿ ਅਲੱਗ-ਅਲੱਗ ਪੌਕਟਾਂ ਦੇ ਵਿੱਚ ਜਿੱਥੇ ਕਿਸ ਕਿਸਮ ਦੀ ਕੋਈ ਪੋਸੀਬਿਲਿਟੀ ਸੰਭਾਵਨਾਵਾਂ ਹੈ ਪਈਆਂ ਨੇ ਜਿਸ ਕਿਸਮ ਦੀ ਇੰਡਸਟਰੀ ਦੀਆਂ, ਉਹਨੂੰ ਪ੍ਰਫੁੱਲਤ ਦੇ ਕਰਨੇ। ਸਾਡੇ ਲੋਕਲ ਇੰਡਸਟਰੀਲਿਸਟ ਹੈ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਉਹਦੇ ਨਾਲ ਲੋਕਾਂ ਦਾ ਵੀ ਸਾਥ ਮਿਲੇਗਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫੇਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।